ਸਤਿ ਸ੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਇੰਦਰਜੀਤ ਸਿੰਘ ਟਮਾਣਾ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਜਾਂਦੇ ਸਵਾਲਾਂ ਤੇ ਸੀਐਮ ਮਾਨ ਨੇ ਦਿੱਤੇ ਜਵਾਬ। ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਮਿਲੀ ਸਰਕਾਰੀ ਨੌਕਰੀ। ਬੇਅਦਬੀ ਇਨਸਾਫ ਮੋਰਚੇ ਦੇ ਸ਼ੁਕਰਾਨਾ ਸਮਾਗਮ ਵਿੱਚ ਹੋਇਆ ਵੱਡਾ ਇਕੱਠ, ਪਹੁੰਚੇ ਵੱਡੇ ਸਿਆਸੀ ਲੀਡਰ। ਮਨੀਸ਼ ਸਿਸੋਦੀਆ ਦੀ ਅਦਾਲਤ 'ਚ ਹੋਈ ਪੇਸ਼ੀ, CBI ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ। ਹੁਣ ਖਬਰਾਂ ਵਿਸਥਾਰ ਨਾਲ। ਵਿਰੋਧੀਆਂ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਜਾ ਰਹੇ ਸਵਾਲਾਂ ਦੇ ਭਗਵੰਤ ਮਾਨ ਵੱਲੋਂ ਜਵਾਬ ਦਿੱਤੇ ਗਏ ਨੇ। ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਕਿ ਉਹਨਾਂ ਕੋਲ ਪੰਜਾਬ ਦੀ ਪਲ-ਪਲ ਦੀ ਖਬਰ ਹੈ ਤੇ ਉਹਨਾਂ ਨਾਲ ਹੀ ਕਿਹਾ ਕਿ ਵਿਰੋਧੀਆਂ ਵੱਲੋਂ ਫਿਰਕੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਕਦੇ ਵੀ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ। ਨਾਲ ਹੀ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਹੁਣ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿੱਤਾ ਹੈ। ਦੱਸ ਦਈਏ ਕਿ ਵਿਰੋਧੀਆਂ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੁਝ ਸਵਾਲ ਚੁੱਕੇ ਜਾ ਰਹੇ ਨੇ, ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕਵਾਂ ਜਵਾਬ ਦਿੱਤਾ ਹੈ। ਟਵੀਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ, ਪੰਜਾਬ ਦੀ ਮੇਰੇ ਕੋਲ ਪਲ-ਪਲ ਦੀ ਜਾਣਕਾਰੀ ਹੈ। ਵਿਰੋਧੀਆਂ ਦਾ ਪੰਜਾਬ ਨੂੰ ਫਿਰਕੂ ਅੱਗ ਦਾ ਤੰਦੂਰ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਦੇ 3 ਕਰੋੜ ਸ਼ਾਂਤੀ ਪਸੰਦ ਲੋਕਾਂ ਨੂੰ ਮੈਂ ਯਕੀਨ ਦਿਵਾਉਂਦਾ ਹਾਂ ਕਿ ਕਿਸੇ ਦੀ ਹਿੰਮਤ ਨਹੀਂ ਹੈ ਕਿ ਪੰਜਾਬ ਦੇ ਆਪਸੀ ਭਾਈਚਾਰੇ ਵੱਲ ਬੁਰੀ ਨਜ਼ਰ ਨਾਲ ਵੇਖੇ। ਭਗਵੰਤ ਮਾਨ ਨੇ ਵਿਰੋਧੀਆਂ ਦੇ ਨਾਲ-ਨਾਲ ਪੰਜਾਬ ਵਿਰੋਧੀ ਤਾਕਤਾਂ ਨੂੰ ਵੀ ਤਾੜਨਾ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਕਿਸੇ ਨੇ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇੱਥੇ ਦੱਸ ਦਈਏ ਕਿ ਖੁਫੀਆ ਏਜੰਸੀਆਂ ਵੱਲੋਂ ਵੀ ਕੁਝ ਇਨਪੁਟਸ ਸਾਂਝੇ ਕੀਤੇ ਗਏ ਸੀ ਕਿ ਪੰਜਾਬ ਵਿਰੋਧੀ ਤਾਕਤਾਂ ਸੂਬੇ ਦਾ ਮਾਹੌਲ ਖਰਾਬ ਕਰ ਸਕਦੀਆਂ ਨੇ ਅਤੇ ਇਸ ਸਬੰਧ ਦੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਸੁਰੱਖਿਆ ਬਲ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਸੀ, ਜਿਸ ਤਹਿਤ ਕੇਂਦਰ ਸਰਕਾਰ ਨੇ ਐਕਸ਼ਨ ਲੈਂਦੇ ਹੋਏ 18 CRPF RAF ਕੰਪਨੀਆਂ ਪੰਜਾਬ ਨੂੰ ਭੇਜ ਦਿੱਤੀਆਂ ਨੇ, ਜੋ ਕਿ 6 ਮਾਰਚ ਤੋਂ 16 ਮਾਰਚ ਤੱਕ ਪੰਜਾਬ ਦੇ ਵਿੱਚ ਤਾਇਨਾਤ ਰਹਿਣਗੀਆਂ। ਪੱਲੇਦਾਰੀ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ। ਸੀਐਮ ਮਾਨ ਵੱਲੋਂ ਦਿੱਤਾ ਭਰੋਸਾ ਪੂਰਾ ਕਰ ਦਿੱਤਾ ਗਿਆ ਹੈ। ਸੀਐਮ ਮਾਨ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀ ਗੱਲ ਨੂੰ ਦੁਹਰਾਉਂਦਿਆਂ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦੇ ਦਿੱਤਾ ਗਿਆ। ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਰਮਜੀਤ ਕੁਮਾਰ ਨੂੰ ਨਿਯੁਕਤੀ ਪੱਤਰ ਸੌਂਪ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਦਿਨੀ ਪਰਮਜੀਤ ਕੁਮਾਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਦੇ ਵਿੱਚ ਹਾਕੀ ਦਾ ਕੌਮੀ ਖਿਡਾਰੀ ਪਰਮਜੀਤ ਕੁਮਾਰ ਪੱਲੇਦਾਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ। ਮੁੱਖ ਮੰਤਰੀ ਮਾਨ ਨੇ ਸਾਬਕਾ ਕੌਮੀ ਹਾਕੀ ਖਿਡਾਰੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ ਵਿਭਾਗ ਨੇ ਕਾਗਜ਼ੀ ਕਾਰਵਾਈ ਵੀ ਸ਼ੁਰੂ ਕੀਤੀ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਜੀਤ ਕੁਮਾਰ ਨੂੰ ਨਿਯੁਕਤੀ ਪੱਤਰ ਸੌਂਪ ਦਿੱਤਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਰਮਜੀਤ ਨੂੰ ਫਰੀਦਕੋਟ ਵਿਖੇ ਹੀ ਕੋਚ ਦੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਨਿਯੁਕਤੀ ਪੱਤਰ ਦਿੰਦੇ ਹੋਏ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਾਕੀ ਦੇ ਬਹੁਤ ਹੀ ਵਧੀਆ ਖਿਡਾਰੀ ਪਰਮਜੀਤ ਕੁਮਾਰ ਨੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ, ਪਰ ਉਹਨਾਂ ਨੂੰ ਲੱਗੀ ਇੱਕ ਸੱਟ ਤੋਂ ਬਾਅਦ ਉਹ ਪਿੱਛੇ ਰਹਿ ਗਏ, ਜਦਕਿ ਉਹਨਾਂ ਦੇ ਸਾਥੀ ਅੱਗੇ ਚਲੇ ਗਏ। ਉਹਨਾਂ ਅੱਗੇ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਧਿਆਨ ਦਿੱਤਾ ਹੁੰਦਾ ਤਾਂ ਅਜਿਹਾ ਕੁਝ ਵੀ ਨਾ ਹੁੰਦਾ, ਪਰ ਹੁਣ ਸਰਕਾਰ ਵੱਲੋਂ ਉਹਨਾਂ ਨੂੰ ਖੇਡ ਵਿਭਾਗ ਦੇ ਵਿੱਚ ਨੌਕਰੀ ਦਿੱਤੀ ਜਾ ਰਹੀ ਹੈ। ਸੀਐਮ ਭਗਵੰਤ ਮਾਨ ਨੇ ਪਰਮਜੀਤ ਕੁਮਾਰ ਨੂੰ ਕਿਹਾ ਕਿ ਹੁਣ ਉਹ ਪੱਲੇਦਾਰੀ ਦਾ ਕੰਮ ਨਾ ਕਰਨ ਅਤੇ ਦੇਸ਼ ਦੇ ਖਿਡਾਰੀਆਂ ਨੂੰ ਤਿਆਰ ਕਰਨ। ਉੱਥੇ ਹੀ ਪਰਮਜੀਤ ਕੁਮਾਰ ਨੇ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਕਾਬਲੇ ਗੌਰ ਹੈ ਕਿ ਪਰਮਜੀਤ ਕਿਸੇ ਸਮੇਂ ਆਪਣੀ ਖੇਡ ਨਾਲ ਦੇਸ਼ ਦਾ ਮਾਣ ਵਧਾਇਆ ਕਰਦੇ ਸੀ, ਪਰ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਉਹਨਾਂ ਨੂੰ ਪੱਲੇਦਾਰੀ ਦਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਇਸ ਸੰਬੰਧੀ ਇੱਕ ਖਬਰ ਨਸ਼ਰ ਹੋਈ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀ ਪਰਮਜੀਤ ਕੁਮਾਰ ਦੇ ਨਾਲ 1 ਫਰਵਰੀ ਨੂੰ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਸੀ ਅਤੇ ਉਸ ਭਰੋਸੇ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਪਰਮਜੀਤ ਕੁਮਾਰ ਨੂੰ ਨਿਯੁਕਤੀ ਪੱਤਰ ਸੌਂਪ ਕੇ ਸਰਕਾਰੀ ਨੌਕਰੀ ਦੇ ਦਿੱਤੀ ਹੈ। ਕੋਟਕਪੂਰਾ ਗੋਲੀकांड ਮਾਮਲੇ ਵਿੱਚ ਚਲਾਨ ਪੇਸ਼ ਹੋਣ ਤੋਂ ਬਾਅਦ ਬਾਈਬਲ ਕਰਾਈ ਸਾਹਿਬ ਮੋਰਚੇ ਵੱਲੋਂ ਸ਼ੁਕਰਾਨਾ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਕੁਲਤਾਰ ਸਿੰਘ ਸੰਧਵਾ ਪਹੁੰਚੇ ਤੇ ਨਾਲ ਹੀ ਕਈ ਵੱਡੇ ਲੀਡਰ ਵੀ ਪਹੁੰਚੇ। ਇਸ ਦੌਰਾਨ ਮੋਰਚੇ ਦੇ ਮੁਖੀ ਸੁਖਰਾਜ ਸਿੰਘ ਨੇ ਕਿਹਾ ਕਿ ਜਦੋਂ ਤੱਕ ਬਾਈਬਲ ਕਲਾਂ ਬੇਅਦਬੀ ਦਾ ਚਲਾਨ ਪੇਸ਼ ਨਹੀਂ ਹੁੰਦਾ ਉਦੋਂ ਤੱਕ ਮੋਰਚਾ ਜਾਰੀ ਰਹੇਗਾ। ADGP LK ਯਾਦਵ ਦੀ ਅਗਵਾਈ ਵਾਲੀ ਸਿੱਟ ਵੱਲੋਂ ਫਰੀਦਕੋਟ ਅਦਾਲਤ ਦੇ ਵਿੱਚ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਇੱਕ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਾਈਬਲ ਬੇਅਦਬੀ ਇਨਸਾਫ ਮੋਰਚੇ ਦੇ ਵੱਲੋਂ 2 ਮਾਰਚ ਨੂੰ ਸ਼ੁਕਰਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੇ ਅੱਜ
ਭੋਗ ਪਾਈ ਜਾ ਰਹੀ ਹੈ। ਇਸ ਦੌਰਾਨ ਇੱਕ ਵੱਡਾ ਇਕੱਠ ਬਹਿਬਲ ਬੇਅਦਬੀ ਇਨਸਾਫ ਮੋਰਚੇ ਦੇ ਵਿੱਚ ਪਹੁੰਚਦਾ ਹੋਇਆ ਵਿਖਾਈ ਦੇ ਰਿਹਾ। ਉੱਥੇ ਹੀ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਇਸ ਮੋਰਚੇ ਦੇ ਵਿੱਚ ਅਤੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਨੇ। देखो जी, मैं संगत के रूप में निमाणा सिख संगत के चरणों की धूड़ के रूप में इत्थे हाजिर होया। गुरु ने कृपा की है, दास ने जिहड़ी गल कीती सी गुरु ने वो गल पूरी करवाई है। भावें थोड़ी देर हो गई, उसदे लई मैं संगत तो खिमा दा जाचक भी है, लेकिन गुरु अगे अरदास करना सच्चा पातशाह इस तरह की माड़ी खेड ਸਾਡੇ ਭਾਈਚਾਰੇ ਨੂੰ ਅੱਗ ਲਾਉਣ ਵਾਲੀ ਖੇਡ, ਗੁਰੂ ਸਾਹਿਬ ਨੂੰ ਰਾਜਨੀਤਿਕ ਤੌਰ ਤੇ ਵਰਤਣ ਵਾਲੀ ਖੇਡ ਪੰਜਾਬ ਦੇ ਵਿੱਚ ਫੇਰ ਕਦੇ ਨਾ ਵਰਤਾਈ ਸੱਚਾ ਪਾਤਸ਼ਾਹ। ਕਿਸੇ ਨੂੰ ਕਿਸੇ ਦੇ ਮਨ 'ਚ ਇਸ ਤਰ੍ਹਾਂ ਦਾ ਖਿਆਲ ਵੀ ਨਾ ਆਵੇ, ਕਿਉਂਕਿ ਇਹ ਬਹੁਤ ਮਾੜੀ ਗੱਲ ਹੋਈ ਸੀ, ਮਾੜੀ ਘਟਨਾ ਹੋਈ ਸੀ ਬੇਅਦਬੀ ਦੀ। ਇਹ ਨਹੀਂ ਹੋਣੀ ਚਾਹੀਦੀ ਸੀ। ਸੋ ਇਹਦੇ ਦੋਸ਼ੀਆਂ ਨੂੰ ਗੁਰੂ ਸਾਹਿਬ ਮਿਹਰ ਕਰਨਗੇ, ਸਜ਼ਾ ਮਿਲੇਗੀ। इस दौरान मोर्चे की अगवाई कर रहे सुखराज सिंह ने यह भी स्पष्ट कर दिता है कि बहबल इंसाफ मोर्चा उदों तक खत्म नहीं होगा जदों तक बहबल कला बेअदबी मामले दे विच सिट वल्लों कोई चलान पेश नहीं किया जाता। शुकराने का समागम आ जिहड़ा संगतां दा शुकराना ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਪਿਛਲੇ ਤਕਰੀਬਨ 15 ਮਹੀਨੇ ਤੋਂ ਸਮੇਂ ਤੋਂ ਸਾਡਾ ਸਹਿਯੋਗ ਦੇ ਰਹੀਆਂ ਇਸ ਮੋਰਚੇ ਦੇ ਲਈ। ਜਿੰਨਾ ਸਮਾਂ ਬਹਿਬਲ ਕਲਾਂ ਦਾ ਚਲਾਨ ਪੇਸ਼ ਨਹੀਂ ਹੁੰਦਾ ਉਹਨਾਂ ਸਮਾਂ ਮੋਰਚਾ ਨਹੀਂ ਸਮਾਪਤ ਹੋ ਸਕਦਾ। ਇਹ ਤਾਂ ਆਪਾਂ ਨੂੰ ਵੀ ਪਤਾ ਕਿ ਜਿਹੜੀ ਜਗ੍ਹਾ ਤੇ ਲੱਗਿਆ ਤੇ ਉਹਦਾ ਤਾਂ ਹਜੇ ਤੱਕ ਆਇਆ ਕੁਛ ਨਹੀਂ। ਸੋ ਇਹ ਉਸ ਜਗ੍ਹਾ ਤੇ ਬਰਕਰਾਰ ਰਹੂਗਾ। ਅਸੀਂ ਸੰਗਤਾਂ ਦੇ ਸ਼ੁਕਰਾਨੇ ਦਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਅਗਲੇ ਸੰਘਰਸ਼ ਦੀ ਅਰਦਾਸ ਬੇਨਤੀ ਕਰਨ ਲਈ ਕੱਲ੍ਹ ਨੂੰ ਅਕਾਲ ਤਖਤ ਸਾਹਿਬ ਜਾ ਰਹੇ ਹਾਂ। ਸੰਗਤਾਂ ਦੇ ਰੂਪ ਦੇ ਵਿੱਚ, ਕਾਫਲੇ ਦੇ ਰੂਪ ਦੇ ਵਿੱਚ ਅਸੀਂ ਉੱਥੇ ਜਾ ਕੇ ਨਤਮਸਤਕ ਹੋਵਾਂਗੇ। ਜਦੋਂ ਇਹ ਚਲਾਨ ਪੇਸ਼ ਹੋ ਜਾਂਦਾ, ਅੱਜ ਹੋ ਜੇ, ਕੱਲ੍ਹ ਨੂੰ ਹੋ ਜੇ, ਪਰਸੋਂ ਹੋ ਜੇ, 10 ਦਿਨਾਂ ਨੂੰ ਹੋਵੇ, ਜਦੋਂ ਵੀ ਇਹ ਹੋਊਗਾ ਉਹਨਾਂ ਸਮਾਂ ਇਹ ਮੋਰਚਾ ਚੱਲੂਗਾ। ਤੇ ਅਸੀਂ ਅੱਜ ਜਿਵੇਂ ਸਰਕਾਰ ਦੇ ਨੁਮਾਇੰਦੇ ਪਹੁੰਚੇ, ਅਸੀਂ ਇਹਨਾਂ ਨੂੰ ਕਹਾਂਗੇ ਵੀ, ਕਿਉਂਕਿ ਇਹ ਹੁਣ ਜਿਹੜਾ ਬਹਿਬਲ ਦਾ ਹੈ ਇਹ ਤਾਂ ਸਰਕਾਰ ਦੇ ਅੰਡਰ ਹੀ ਆ। ਪਹਿਲਾਂ ਵਾਲਾ ਤਾਂ ਸੈੱਟ ਸੀ ਕੋਟਕਪੂਰੇ ਦੀ, ਜਿਹੜੀ ਸੈੱਟ ਦੇ ਅੰਡਰ ਸੀਗਾ ਉਹਨੇ ਆਪਦੀ ਮਰਜ਼ੀ ਨਾਲ ਕਰਨਾ ਸੀ। ਇਹ ਚਲਾਨ ਤਾਂ ਹੁਣ ਸਰਕਾਰ ਖੁਦ ਪੇਸ਼ ਕਰ ਸਕਦੀ ਹੈ। ਅਸੀਂ ਇਹਨਾਂ ਨੂੰ ਅੱਜ ਆਪਣੀ ਜਿਹੜੀ ਆ ਉਹ ਗੱਲਬਾਤ ਰੱਖਾਂਗੇ। ਨਾਲ ਹੀ ਇਸ ਮੌਕੇ ਕੋਟਕਪੁਰਾ ਗੋਲੀकांड ਮਾਮਲੇ ਦੇ ਵਿੱਚ ਪੇਸ਼ ਹੋਏ ਚਲਾਨ ਨੂੰ ਲੈ ਕੇ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਸਿੱਟ ਦੇ ਅਧਿਕਾਰੀਆਂ ਵੱਲੋਂ ਜਿਨ੍ਹਾਂ ਦੇ ਨਾਮ ਇਸ ਚਲਾਨ ਦੇ ਵਿੱਚ ਪੇਸ਼ ਕੀਤੇ ਗਏ ਨੇ ਉਹ ਕਿਸੇ ਸਬੂਤਾਂ ਦੇ ਆਧਾਰ ਤੇ ਹੀ ਕੀਤੇ ਗਏ ਹੈ। ਜਿਹੜੇ ਬੰਦੇ ਨਾਮਜ਼ਦ ਕੀਤੇ ਆ, ਸਾਡੇ ਲਈ ਤਾਂ ਇੱਕ ਰਾਹ ਆਇਆ ਬਈ ਅਸੀਂ ਆਹ ਬੰਦਿਆਂ ਦੇ ਖਿਲਾਫ ਲੜਨਾ। ਉਹ ਬੰਦਿਆਂ ਨੂੰ ਨਾਮਜ਼ਦ ਕਰਨ ਦੇ ਲਈ ਸਿੱਟ ਦੇ ਕੋਲ ਸਬੂਤ ਹੋਣਗੇ, ਉਹਨਾਂ ਨੇ ਸਬੂਤ ਲਾ ਕੇ ਹੀ ਨਾਮਜ਼ਦ ਕੀਤੇ ਹੋਣਗੇ। ਜੇ ਉਹਨਾਂ ਕੋਲੇ ਨਹੀਂ ਹੋਣਗੇ ਤਾਂ ਜਿਹੜੇ ਬੰਦੇ 'ਚ ਬੇਕਸੂਰ ਹੋਣਗੇ, ਗਲਤ ਨਾਮਜ਼ਦ ਕੀਤੇ ਹੋਣਗੇ, ਉਹ ਬਰੀ ਹੋ ਜਾਣਗੇ। ਇਹ 'ਚ ਕੋਈ ਰਾਹ ਹੀ ਨਹੀਂ। ਅੱਜ ਜੇ ਉਹਨੂੰ ਪੇਪਰ ਵਰਕ ਦੇ ਵਿੱਚ ਲਿਆ ਕੇ ਕੋਰਟ ਦੇ ਵਿੱਚ ਸਬਮਿਟ ਕੀਤੇ ਆ ਤਾਂ ਕਿਸੇ ਸਬੂਤਾਂ ਦੇ ਆਧਾਰ ਤੇ ਕੀਤੇ ਹੋਣਗੇ। ਅਸੀਂ ਆਪਣੀ ਕਾਰਵਾਈ ਜਿਹੜੀ ਅਗਲੀ ਅਦਾਲਤ ਦੇ ਵਿੱਚ ਲੜਾਂਗੇ। ਕਹਿੰਦਾ ਜੀ ਜਿਹਦੀ ਸਰਕਾਰ ਸੀ ਇਹ 'ਚ ਕੋਈ ਦੋ ਰਾਹ ਨਹੀਂ ਆ। ਅਸੀਂ ਇਹੀ ਕਹਿੰਦੇ ਆਏ ਆ, ਉਹ ਸਰਕਾਰ ਜ਼ਿੰਮੇਵਾਰ ਹੈ। ਤੇ ਜੇ ਅੱਜ ਕਾਗਜ਼ ਦੇ ਵਿੱਚ ਜ਼ਿੰਮੇਵਾਰ ਬਣੀ ਆ ਤਾਂ ਉਹ ਕਿਸੇ ਸਬੂਤਾਂ ਦੇ ਆਧਾਰ ਤੇ ਬਣੀ ਹੋਊਗੀ ਨਾ। ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਅੱਜ ਸ਼ੁਕਰਾਨਾ ਸਮਾਗਮ ਦੀ ਸਮਾਪਤੀ ਤੋਂ ਬਾਅਦ 5 ਮਾਰਚ ਯਾਨੀ ਕਿ ਕੱਲ ਨੂੰ ਬਹਿਬਲ ਕਲਾਂ ਇਨਸਾਫ ਮੋਰਚੇ ਤੋਂ ਇੱਕ ਵੱਡਾ ਕਾਫਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ੁਕਰਾਨੇ ਲਈ ਰਵਾਨਾ ਹੋਵੇਗਾ ਅਤੇ ਇਸ ਦੇ ਵਿੱਚ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਵੀ ਸਿੱਖ ਸੰਗਤਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਤੇ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਵਿਚਾਰ ਵੱਖੋ ਵੱਖਰੇ ਨੇ। ਇਸੇ ਮਾਮਲੇ ਤੇ ਰਾਮ ਰਹੀਮ ਵੱਲੋਂ ਮਾਰੇ ਗਏ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਦਾ ਕਹਿਣਾ ਹੈ ਕਿ ਡੇਰਾ ਮੁਖੀ ਰਾਮ ਰਹੀਮ ਸਾਡੇ ਲਈ ਹਾਰਡਕੋਰ ਕ੍ਰਿਮੀਨਲ ਹੈ। ਨਾਲ ਹੀ ਉਹਨਾਂ ਹਰਿਆਣਾ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਕਈ ਸਵਾਲ ਖੜੇ ਕੀਤੇ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਬੇਸ਼ੱਕ ਬੀਤੇ ਕੱਲ ਸੁਨਾਰੀਆ ਜੇਲ੍ਹ ਦੇ ਵਿੱਚ ਪਹੁੰਚ ਗਏ ਨੇ, ਪਰ ਉਹਨਾਂ ਦੀ ਪੈਰੋਲ ਤੇ ਹਾਲੇ ਤੱਕ ਰੇੜਕਾ ਕਾਇਮ ਹੈ। ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਅਤੇ ਹਰਿਆਣਾ ਦੀ ਬੀਜੇਪੀ ਸਰਕਾਰ ਇੱਕ ਦੂਜੇ ਦੇ ਬਿਲਕੁਲ ਉਲਟ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੈਰੋਲ ਦੇ ਨਾਲ ਕਾਨੂੰਨ ਵਿਵਸਥਾ ਤੇ ਫਰਕ ਪੈਂਦਾ ਹੈ, ਜਦਕਿ ਬੀਜੇਪੀ ਦੀ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਰਾਮ ਰਹੀਮ ਹਾਰਡਕੋਰ ਕ੍ਰਿਮੀਨਲ ਨਹੀਂ ਹੈ, ਉਹਦੇ ਚੰਗੇ ਆਚਰਣ ਕਰਕੇ ਹੀ ਉਸ ਨੂੰ ਪੈਰੋਲ ਦਿੱਤੀ ਗਈ ਸੀ। ਇਸ ਦੌਰਾਨ ਰਾਮ ਰਹੀਮ ਤੇ ਜਿਸ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਕਰਨ ਦੇ ਇਲਜ਼ਾਮ ਲੱਗੇ ਨੇ, ਉਹਨਾਂ ਦੇ ਪੁੱਤਰ ਅੰਸ਼ੁਲ ਨਾਲ ਜਦੋਂ ਗੱਲਬਾਤ ਕੀਤੀ गई तो उन्होंने अपनी की प्रतिक्रिया साझी की है। आओ जानते हैं। देखिए, एक तो जो बार बार ये कहा जा रहा है हरियाणा सरकार की तरफ से कि ये उसका एक राइट बनता है, कानून के तहत दिया जा रहा है, वो हार्डकोर प्रिजनर नहीं है। कानून, उसी कानून के अंदर बहुत सारी चीजें ऐसी भी हैं जो उसको हरियाणा सरकार को एक तरह से बाध्य करती हैं इस बात के लिए कि ऐसे क्रिमिनल को बाहर लाना जो है वो लॉ एंड ऑर्डर के लिए खतरा है।
क्योंकि वो मतलब हमारा ये मानना है कि राम रहीम हार्डकोर प्रिजनर है। देखिए, वो हरियाणा सरकार उसको अलग तरीके से डिफेंड कर रही है हाई कोर्ट के अंदर कि वो 302 120 बी में है, 120 बी में है, और एक्ट ये कहता है कि 302 की एक से ज्यादा FIR है तो हार्डकोर प्रिजनर है। जो व्यक्ति 2 रेप की सजाएं भुगत रहा हो, 2 मर्डर के चार्जेस में लाइफ इम्प्रिजनमेंट की सजा उसको हो चुकी है, तो वो व्यक्ति अगर हार्डकोर क्रिमिनल की श्रेणी में नहीं आता है, जो हैबिचुअल ऑफेंडर है, 4 मुकदमों में सजा उसको हो चुकी है, इस तरह की चीजों को आप नजरअंदाज नहीं कर सकते। एक ऐसा व्यक्ति जो क्रिमिनल है और सिर्फ एक धर्म के नाम पर, धर्म का एक चोला पहनकर लोगों को बेवकूफ बना रहा है और किस तरह के हीनियस क्राइम्स के अंदर वो सजा काट रहा है, आप उसको डिफेंड कर रहे हैं, इससे ज्यादा बेशर्मी और कुछ नहीं है। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੂਜੇ ਗਦੀ ਨਸ਼ੀਨ ਸ਼ਾਹ ਸਤਨਾਮ ਮਹਾਰਾਜ ਦੇ ਅਵਤਾਰ ਦਿਵਸ ਮੌਕੇ ਹਰਿਆਣਾ ਸਰਕਾਰ ਦੇ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ, ਜਿਸ ਦੇ ਵਿਰੁੱਧ SGPC ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਖਲ ਕੀਤੀ ਹੋਈ ਹੈ, ਜਿਸ ਤੇ ਅਜੇ ਵੀ ਸੁਣਵਾਈ ਚੱਲ ਰਹੀ ਹੈ। ਪਿਛਲੀ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਪੈਰੋਲ ਖਤਮ ਹੋਣ ਤੋਂ ਬਾਅਦ ਵੀ ਮਾਮਲੇ ਦੀ ਸੁਣਵਾਈ ਜਾਰੀ ਰਹਿਣ ਬਾਰੇ ਕਿਹਾ ਸੀ। ਹਾਈ ਕੋਰਟ ਹੁਣ ਇਸ ਮਾਮਲੇ ਦੀ ਸੁਣਵਾਈ ਮੈਰਿਟ ਦੇ ਆਧਾਰ ਤੇ ਕਰੇਗੀ, ਜਿਸ ਦੀ ਅਗਲੀ ਤਾਰੀਖ 9 ਮਾਰਚ ਰੱਖੀ ਗਈ ਹੈ। ਇਸੇ ਮਾਮਲੇ ਦੇ ਵਿੱਚ ਆਪ ਸਰਕਾਰ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਫੀਡੈਵਿਟ ਵੀ ਜਾਰੀ ਕੀਤਾ ਗਿਆ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਫੈਸਲਾ ਲੈਂਦੇ ਹੋਏ ਦਿੱਲੀ ਦੇ ਸਾਬਕਾ ਉਪ ਮੰਤਰੀ ਮਨੀਸ਼ ਸਿਸੋਦੀਆ ਨੂੰ 2 ਦਿਨਾਂ ਦੀ ਹੋਰ ਰਿਮਾਂਡ ਉੱਤੇ ਭੇਜ ਦਿੱਤਾ ਗਿਆ, ਜਦਕਿ CBI ਵੱਲੋਂ 3 ਦਿਨਾਂ ਰਿਮਾਂਡ ਦੀ ਮੰਗ ਕੀਤੀ ਗਈ ਸੀ। ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਿਫਤਾਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਅੱਜ CBI ਰਿਮਾਂਡ ਖਤਮ ਹੋ ਗਿਆ, ਜਿਸ ਤੋਂ ਬਾਅਦ CBI ਨੇ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਰਾਉਂਡ ਐਵਨਿਊ ਕੋਰਟ ਦੇ ਵਿੱਚ ਪੇਸ਼ ਕੀਤਾ। ਇਸ ਦਰਮਿਆਨ ਕੋਰਟ ਨੇ ਸਿਸੋਦੀਆ ਦੀ CBI ਰਿਮਾਂਡ 6 ਮਾਰਚ ਤੱਕ ਵਧਾ ਦਿੱਤੀ ਹੈ। ਸੁਣਵਾਈ ਦੌਰਾਨ CBI ਨੇ ਸਿਸੋਦੀਆ ਦੇ 3 ਦਿਨਾਂ ਰਿਮਾਂਡ ਦੀ ਮੰਗ ਕੀਤੀ ਸੀ, ਹਾਲਾਂਕਿ ਕੋਰਟ ਨੇ 2 ਦਿਨ ਦਾ ਹੀ ਰਿਮਾਂਡ CBI ਨੂੰ ਦਿੱਤਾ ਹੈ। ਇੱਥੇ ਦੱਸ ਦਈਏ ਕਿ ਮਨੀਸ਼ ਸਿਸੋਦੀਆ ਨੇ ਜ਼ਮਾਨਤ ਪਟੀਸ਼ਨ ਲਈ ਦਿੱਲੀ ਦੀ ਰਾਉਂਡ ਐਵਨਿਊ ਕੋਰਟ ਦੇ ਵਿੱਚ ਕੱਲ ਹੀ ਪਟੀਸ਼ਨ ਦਾਇਰ ਕੀਤੀ ਸੀ। ਸਿਸੋਦੀਆ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ CBI ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ, ਸਹਿਯੋਗ ਨਾ ਕਰਨਾ ਹਿਰਾਸਤ ਦਾ ਆਧਾਰ ਨਹੀਂ ਹੋ ਸਕਦਾ। ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਤੇ ਹੁਣ ਕੋਰਟ ਨੇ ਇਹ ਫੈਸਲਾ ਲਿਆ ਕਿ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ 10 ਮਾਰਚ ਨੂੰ ਸੁਣਵਾਈ ਹੋਵੇਗੀ। ਇੱਥੇ ਦੱਸ ਦਈਏ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 2021-22 ਲਈ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 26 ਫਰਵਰੀ ਨੂੰ 8 ਘੰਟੇ ਦੀ ਪੁੱਛਗਿੱਛ ਮਗਰੋਂ ਐਤਵਾਰ ਦੇ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਮਗਰੋਂ CBI ਨੇ ਸਿਸੋਦੀਆ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ, ਜਿਸ ਦਰਮਿਆਨ ਉਹਨਾਂ ਨੂੰ 5 ਦਿਨ ਦੇ ਰਿਮਾਂਡ ਤੇ CBI ਦੇ ਕੋਲ ਭੇਜਿਆ ਗਿਆ ਸੀ ਅਤੇ CBI ਦਾ ਰਿਮਾਂਡ ਖਤਮ ਹੋਣ ਮਗਰੋਂ ਅੱਜ ਉਹਨਾਂ ਨੂੰ ਮੁੜ ਤੋਂ ਵਿਸ਼ੇਸ਼ ਜੱਜ MK ਨਾਗਪਾਲ ਦੇ ਸਾਹਮਣੇ ਪੇਸ਼ ਕੀਤਾ ਗਿਆ। ਏਜੰਸੀ ਨੇ ਸਿਸੋਦੀਆ ਦੇ ਰਿਮਾਂਡ ਦੀ ਹੋਰ ਮੰਗ ਕੀਤੀ ਸੀ ਅਤੇ ਅਦਾਲਤ ਨੇ CBI ਨੂੰ 2 ਦਿਨ ਦਾ ਰਿਮਾਂਡ ਦੇ ਦਿੱਤਾ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰ ਅੱਜ ਰੂਪਨਗਰ ਪਹੁੰਚੇ। ਇਸੇ ਦੌਰਾਨ ਅਮਰਤਪਾਲ ਸਿੰਘ ਤੇ ਅਨੁਰਾਗ ਠਾਕਰ ਨੇ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਨੇ ਅਮਰਤਪਾਲ ਸਿੰਘ ਤੇ ਨਜ਼ਰ ਬਣਾਈ ਹੋਈ ਹੈ। ਨਾਲ ਹੀ ਉਹਨਾਂ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਖੜੇ ਕੀਤੇ। ਅਜਨਾਲਾ ਘਟਨਾਕ੍ਰਮ ਤੋਂ ਬਾਅਦ ਅਮਰਿਤਪਾਲ ਸਿੰਘ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਅਤੇ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਵੀ ਉਹ ਲਗਾਤਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਰਹੀ ਹੈ। ਇਸੇ ਦਰਮਿਆਨ ਰੂਪਨਗਰ ਪਹੁੰਚੇ ਕੇਂਦਰੀ ਮੰਤਰੀ ਅਨੁਰਾਗ ਠਾकुर ਨੇ ਵੀ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਵੱਡਾ ਬਿਆਨ ਸਾਂਝਾ ਕੀਤਾ ਹੈ। केंद्र सरकार की काम है जांच एजेंसियों के माध्यम से, राज्य की सरकार के माध्यम से जानकारी प्राप्त करना और स्थिति पर नजर रखना, वो सरकार करती ही है। ਇਸ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾकुर ਵੱਲੋਂ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਬੋਲਦੇ ਹੋਏ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਕਾਨੂੰਨ ਵਿਵਸਥਾ ਸੂਬੇ ਦੇ ਵਿੱਚ ਤਿਲਮਿਲਾਈ ਹੋਈ ਹੈ कि संवैधानिक संस्थाओं को जानबूझ के टारगेट करने का काम कुछ विपक्षी दल कर रहे हैं। जब लोकतंत्र में लोग अच्छी सरकारें चुनकर भेजते हैं तो एक उम्मीद के साथ भेजते हैं कि कोई कुछ करेगा। ये पंजाब की स्थिति करने के लिए नहीं भेजा था। पंजाब में नशों की क्या हालत है, पंजाब में कानूनी व्यवस्था की क्या हालत है, पंजाब में दुर्गति शिक्षा की क्या हो गई है, पंजाब के लोग पंजाब छोड़ के क्यों जा रहे हैं। ये सवाल खड़ा होता है आज की व्यवस्था से कि ये स्थितियां किसने पैदा कर दी। जो कल को बड़ी बड़ी बातें करके पंजाब में सत्ता में आए थे वो आज
हाथ पे हाथ धर के क्यों बैठ गए? पंजाब का हाल 1 साल में क्या हो गया? क्या मुझे आपको बताने की जरूरत पड़ेगी? या जो घटनाएं यहां पर घटी है वो अपने आप में किस और संकेत करती है? पंजाब की कभी चर्चा पूरे देश भर में होती थी, आज वो चर्चा क्या होके रह गई? इसके लिए जिम्मेदार कौन है? क्या कानून व्यवस्था इतनी जल्दी ठप हो जाए एक सरकार के आते? जो दिल्ली में कहते थे 2 दिन के लिए पुलिस दे दो मैं ये कर दूंगा, उन्होंने पुलिस की क्या हालत कर दी है। इससे पता चलता है कि ये व्यवस्था परिवर्तन नहीं, ये कानून व्यवस्था का चरमरा जाना क्या होता है। ਦੱਸ ਦਈਏ ਕਿ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਅੱਜ ਰੂਪਨਗਰ ਦੇ ਵਿੱਚ ਪਹੁੰਚੇ ਸੀ, ਜਿਨ੍ਹਾਂ ਦਾ ਡੀਸੀ ਪ੍ਰੀਤੀ ਯਾਦਵ ਅਤੇ ਸੀਨੀਅਰ ਪੁਲਿਸ ਕਪਤਾਨ ਵਿਵੇਕ ਸ਼ੀਲ ਸੋਨੀ ਦੇ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਵੱਲੋਂ ਰੂਪਨਗਰ ਦੀ IIT ਵਿਖੇ ਯੁਵਾ ਮੇਲੇ ਦਾ ਵੀ ਉਦਘਾਟਨ ਕੀਤਾ ਗਿਆ। ਵੇਲਾ ਹੋ ਚੱਲੇ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਸਾਰਿਆਂ ਦੇ ਇੱਕ ਵਾਰ ਫਿਰ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਉਹਨਾਂ ਵੱਲੋਂ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਲਿਆਂਦੀ ਗਈ ਸ਼ਰਾਬ ਨੀਤੀ ਤੇ ਸਵਾਲ ਚੁੱਕੇ ਨੇ। ਨਾਲ ਹੀ ਉਹਨਾਂ ਕੋਟਕਪੁਰਾ ਵਿੱਚ ਬਾਦਲਾਂ ਦਾ ਨਾਮ ਆਉਣ ਤੇ ਵੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਲਿਆਂਦੀ ਗਈ ਸ਼ਰਾਬ ਨੀਤੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਰਹੀ ਹੈ ਅਤੇ ਇਸੇ ਨੂੰ ਲੈ ਕੇ ਹੁਣ ਆਪ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਖੜੀ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ ਕਿ ਜਿਹੜੀ ਸ਼ਰਾਬ ਪਾਲਿਸੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਵਿੱਚ ਲਿਆਂਦੀ ਗਈ ਸੀ, ਉਹੀ ਸ਼ਰਾਬ ਪਾਲਿਸੀ ਪੰਜਾਬ ਦੇ ਵਿੱਚ ਵੀ ਵਰਤੀ ਜਾ ਰਹੀ ਹੈ। ਬੀਬਾ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਹਨਾਂ ਲੋਕਾਂ ਦੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਠੱਗੀ ਮਾਰੀ ਗਈ ਹੈ। ਹਕੀਕਤ ਆ ਹੈ ਕਿ ਜਿੰਨੀ ਗਾਰੰਟੀਆਂ ਇਹਨਾਂ ਝੂਠੀ ਸਰਕਾਰ ਨੇ ਦਿੱਤੀ ਸੀ ਉਹ ਸਾਰਿਆਂ ਤੋਂ ਮੁੱਕਰ ਗਈ ਹੈ। ਤੁਸੀਂ ਐਕਸਾਈਜ਼ ਪਾਲਿਸੀ ਦੀ ਗੱਲ ਕਰ ਰਹੇ ਹੋ, ਅੱਜ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਆਮਦਨ ਨੂੰ ਲੁੱਟ ਕੇ ਇਹ ਖਾਨ ਦਾ ਕੰਮ ਕਰ ਰਹੀ ਹੈ। ਜਿਹੜੀ ਐਕਸਾਈਜ਼ ਪਾਲਿਸੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਬਣਾਈ ਸੀ, 2 ਬੰਦਿਆਂ ਨੂੰ ਪੂਰਾ ਦਿੱਲੀ ਦੀ ਸ਼ਰਾਬ ਦਾ ਪੂਰਾ ਠੇਕਾ ਦੇ ਕੇ ਉਹੀ ਐਕਸਾਈਜ਼ ਪਾਲਿਸੀ ਪੰਜਾਬ 'ਚ ਲਾਗੂ ਕੀਤੀ ਗਈ। ਉਹਨਾਂ ਹੀ 2 ਬੰਦਿਆਂ ਨੂੰ ਸਾਰੇ ਪੰਜਾਬ ਦੇ ਜਿੱਥੇ ਪੰਜਾਬ ਦੇ ਲੋਕੀ ਆਪਦੇ ਪਾ ਕੇ ਛੋਟਾ ਹਿੱਸਾ ਐਕਸਾਈਜ਼ ਕਰਦੇ ਸੀ, ਉਹ ਸਾਰੇ 2 ਬੰਦਿਆਂ ਦਿੱਲੀ ਦੇ ਬੰਦਿਆਂ ਨੂੰ ਦੇ ਦਿੱਤੀ ਗਈ ਤੇ ਮੋਟੇ ਪੈਸਿਆਂ ਦਾ ਲੈਣ ਦੇਣ ਹੋਇਆ। ਘੱਟ ਤੋਂ ਘੱਟ 500-600 ਕਰੋੜ ਦਾ ਲੈਣ ਦੇਣ ਹੋ ਕੇ ਪੰਜਾਬ ਦੇ ਖਜ਼ਾਨੇ ਨੂੰ ਠੱਗੀ ਮਾਰੀ ਗਈ। ਉੱਥੇ ਹੀ ਬਰਗਾੜੀ ਗੋਲੀकांड ਮਾਮਲੇ ਦੇ ਵਿੱਚ ਬਾਦਲਾਂ ਦਾ ਨਾਮ ਆਉਣ ਨੂੰ ਲੈ ਕੇ ਬੀਬਾ ਬਾਦਲ ਨੇ ਵੀ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਹੈ। ਜਿੱਥੇ ਬਦਲਾਖੋਰੀ ਹੁੰਦੀ ਹੈ, ਕਾਨੂੰਨ ਵਿਵਸਥਾ ਦੇ ਨਾਲ ਕੋਈ ਮਤਲਬ ਨਹੀਂ। ਅੱਜ ਜਿੱਥੇ ਪੰਜਾਬ ਦੇ ਥਾਣਿਆਂ ਦੇ ਉੱਤੇ ਕਬਜ਼ੇ ਹੋ ਰਹੇ ਨੇ, ਪੁਲਿਸ ਦਾ ਸਿਰ ਪਾੜਿਆ ਜਾ ਰਿਹਾ ਹੈ, ਲੇਕਿਨ 10 ਦਿਨਾਂ ਬਾਅਦ ਵੀ ਉਹਨਾਂ ਨੂੰ ਤਾਂ ਹੱਥ ਤਾਂ ਹੀ ਨਹੀਂ ਲਾਇਆ ਜਾ ਰਿਹਾ। ਦੂਜੇ ਪਾਸੇ 8 ਸਾਲ ਪੁਰਾਣਾ ਕੇਸ, ਜਿੱਥੇ ਇੱਕ ਬੰਦੇ ਦੀ ਲੱਤ 'ਚ ਗੋਲੀ ਵੱਜੀ ਸੀ, ਕੋਈ ਮਰਿਆ ਵੀ ਨਹੀਂ, ਇੱਕ ਬੰਦੇ ਦੀ ਗੋਲੀ ਲੱਤ 'ਚ 8 ਸਾਲ ਪਹਿਲੇ। ਹੁਣ ਉੱਥੇ ਮੁੱਖ ਮੰਤਰੀ, ਹੋਮ ਮਿਨਿਸਟਰ, DGP, IG, SSP, ਥਾਣੇਦਾਰ ਸਮੇਤ ਸਾਰਿਆਂ ਨੂੰ ਉਹਦੇ ਵਿੱਚ ਚਲਾਨ ਪਾ ਕੇ ਉਹਨਾਂ ਦੇ ਖਿਲਾਫ ਤਾਂ ਪਰਚੇ ਦਰਜ ਹੋ ਰਹੇ ਨੇ ਤੇ ਕਾਨੂੰਨ ਵਿਵਸਥਾ ਜਿਹੜਾ ਵਿਗਾੜ ਰਿਹਾ ਉਹਨਾਂ ਨੂੰ ਹੱਥ ਤਾਂ ਹੀ ਨਹੀਂ ਲਾ ਰਹੇ। ਇੱਥੇ ਦੱਸ ਦਈਏ ਕਿ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਮ ਆਉਣ ਤੋਂ ਬਾਅਦ ਦਿੱਲੀ ਦੀ ਅਤੇ ਪੰਜਾਬ ਦੀ ਆਪ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਅਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦਿੱਲੀ ਵਾਂਗ ਹੀ ਪੰਜਾਬ ਦੇ ਵਿੱਚ ਵੀ ਸ਼ਰਾਬ ਨੀਤੀ ਨੂੰ ਲੈ ਕੇ CBI ਜਾਂਚ ਹੋਣੀ ਚਾਹੀਦੀ ਹੈ। GGS ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਦੇ ਸਾਰੇ ਡਾਕਟਰ ਆਪਣੀਆਂ ਸੇਵਾਵਾਂ ਠੱਪ ਕਰਕੇ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ ਤੇ ਉਹਨਾਂ ਸਮਾਂ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਜਦੋਂ ਤੱਕ ਇੱਥੇ ਦੀ ਪਾਰਕਿੰਗ ਦਾ ਹੱਲ ਨਹੀਂ ਹੋ ਜਾਂਦਾ। ਇਸੇ ਦੌਰਾਨ ਪ੍ਰਿੰਸੀਪਲ ਵੱਲੋਂ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਪੰਜਾਬ ਦੀ ਇਕਲੌਤੀ ਸਰਕਾਰੀ ਮੈਡੀਕਲ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਅਧੀਨ ਚੱਲ ਰਹੀ GGS ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਉਸ ਵਕਤ ਵੱਡਾ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਦੇ ਸਾਰੇ ਡਾਕਟਰੀ ਸੇਵਾਵਾਂ ਠੱਪ ਕਰਕੇ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਉਹਨਾਂ ਚਿਰ ਡਾਕਟਰੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਜਿੰਨਾ ਚਿਰ ਉਹਨਾਂ ਦੇ
ਵਹੀਕਲਾਂ ਦੀ ਪਾਰਕਿੰਗ ਦੀ ਸਮੱਸਿਆ ਦਾ ਢੁਕਵਾਂ ਹੱਲ ਨਹੀਂ ਕੱਢਿਆ ਜਾਂਦਾ। ਪ੍ਰੋਬਲਮ ਇਹ ਆ ਰਹੀ ਹੈ ਜੀ ਕਿ ਅੱਜ ਤੋਂ 4-5 ਦਿਨ ਪਹਿਲਾਂ ਇੱਕ ਤੁਗਲਕੀ ਫਰਮਾਨ ਨਿਕਲਦਾ ਹੈ ਸਾਡੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਜਿਸ 'ਚ ਰਾਤੋਂ ਰਾਤ ਅਚਨਚੇਤ ਦੱਸ ਦਿੱਤਾ ਜਾਂਦਾ ਵੀ ਕਿਹੜਾ ਬੰਦਾ ਕਿੱਥੇ ਗੱਡੀ ਲਾਏਗਾ, ਤੇ ਬਿਲਕੁਲ ਗੈਰ ਸੰਵਿਧਾਨਕ, ਨਾ ਇਹਨਾਂ ਕੋਲ ਕੋਈ ਐਡਮਿਨਿਸਟ੍ਰੇਟਿਵ ਅਥਾਰਟੀ ਹੈ, ਤੇ ਹਵਾਵਾਂ ਕੱਢਣ ਲੱਗ ਜਾਂਦੇ ਆ ਟਾਇਰਾਂ ਦੀਆਂ। ਅੱਜ ਪਤਾ ਲੱਗਿਆ ਕਿ ਡਾਕਟਰ ਸਾਹਿਬ ਦੀ ਟਾਇਰ 'ਚ ਸੂਆ ਵੀ ਮਾਰਿਆ, ਆਪਣੀ ਮਰਜ਼ੀ ਨਾਲ ਇਹ ਧੱਕਾ ਕਰ ਰਹੇ ਆ, ਇਹ ਬਿਲਕੁਲ ਗਲਤ ਹੋ ਰਿਹਾ। ਸਾਰੇ ਡਾਕਟਰਾਂ, ਮੈਂ ਇਹ ਇੱਥੇ ਕਹਾਂ ਕਿ ਹਸਪਤਾਲ ਦੇ ਘੱਟੋ ਘੱਟ 60-70 ਡਾਕਟਰਾਂ ਦੀ ਗੱਡੀਆਂ ਦੀ ਹਵਾ ਕੱਢੀ ਜਾ ਚੁੱਕੀ ਆ ਅੱਜ ਤੱਕ। ਮੈਂ ਅੱਜ ਸਟ੍ਰਾਈਕ ਇਸ ਕਰਕੇ ਹੋ ਰਹੀ ਹੈ ਕਿ ਇੱਥੇ ਜਿਹੜੀ ਪਾਰਕਿੰਗ ਲਈ ਪ੍ਰੋਬਲਮ ਕ੍ਰੀਏਟ ਕੀਤੀ ਜਾ ਰਹੀ ਹੈ। ਐਮਰਜੈਂਸੀ ਸਰਵਿਸਿਜ਼ ਜਿਹੜੇ ਡਾਕਟਰ ਐਮਰਜੈਂਸੀ ਦੇਖਣ ਆਉਂਦੇ, ਜਿਵੇਂ ਹੁਣ ਕੱਲ੍ਹ ਮੇਰੀ ਐਮਰਜੈਂਸੀ ਡਿਊਟੀ ਸੀ ਤੇ ਮੈਂ 2-3 ਵਾਰ ਐਮਰਜੈਂਸੀ ਦੇਖਣ ਆਈ ਸੀ ਤੇ 2-3 ਵਾਰ ਹੀ ਮੇਰੀ ਗੱਡੀ ਦੀ ਹਵਾ ਕੱਢੀ ਹੋਈ ਸੀਗੀ, ਤੇ ਰਾਤੀ ਵੀ ਮੇਰੇ ਨਾਲ ਇਹੀ ਹੋਇਆ। ਮੈਂ 9 ਵਜੇ ਐਮਰਜੈਂਸੀ ਦੇਖ ਕੇ ਜਦੋਂ ਵਾਪਸ ਆਈ, ਮੇਰੀ ਗੱਡੀ ਦੀ ਟਾਇਰ ਦੀ ਹਵਾ ਕੱਢੀ ਹੋਈ ਸੀ। ਹੁਣ ਤੁਸੀਂ ਇਹ ਸੋਚੋ, ਐਜ਼ ਅ ਫੀਮੇਲ ਸਟਾਫ ਮੈਂ ਰਾਤੀ ਕਿੱਥੇ ਜਾਂਦੀ ਫਿਰੂੰਗੀ, ਮੈਂ ਗੱਡੀ 'ਚ ਹਵਾ ਭਰਵਾ ਕੇ ਵਾਪਸ ਆਪਣੇ ਜਿਹੜਾ ਰੈਜ਼ੀਡੈਂਸ ਹੈ ਉੱਥੇ ਕਿੱਥੇ ਜਾਊਂਗੀ। ਮਤਲਬ ਇਹ ਚੀਜ਼ ਤਾਂ ਬਹੁਤ ਗਲਤ ਹੋਈ ਹੈ ਜਿਹੜੀ ਵੀ ਕੱਲ ਉਹਨਾਂ ਨੇ ਕੀਤੀ ਹੈ। 2-3 ਵਾਰ ਸੇਮ ਇਨਸੀਡੈਂਟਸ ਹੋ ਚੁੱਕੇ ਹੈ। ਉੱਥੇ ਇਸ ਪੂਰੇ ਮਾਮਲੇ ਸੰਬੰਧੀ ਜਦੋਂ GGS ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਾਕਟਰਾਂ ਦੇ ਵਹੀਕਲਾਂ ਦੀ ਪਾਰਕਿੰਗ ਨੂੰ ਲੈ ਕੇ ਸਮੱਸਿਆ ਆਈ ਹੈ, ਜਿਸ ਦੇ ਹੱਲ ਲਈ ਉਹ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਨਾਲ ਗੱਲ ਕਰ ਰਹੇ ਨੇ ਅਤੇ ਜਲਦ ਹੀ ਡਾਕਟਰਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਕੁਛ ਨਹੀਂ ਜੀ, ਉਹ ਥੋੜਾ ਜਿਹਾ ਪਾਰਕਿੰਗ ਦੇ ਇਸ਼ੂਜ਼ ਹੈਗੇ ਆ, ਰਜਿਸਟਰਾਰ ਸਾਹਿਬ ਨਾਲ ਗੱਲ ਕਰ ਰਹੇ ਆ, ਇਸ ਕਰਕੇ ਰਿਜ਼ੋਲਵ ਹੋ ਜਾਏਗਾ। ਨਹੀਂ ਟਾਇਰ ਪਾੜਨੇ ਬਿਲਕੁਲ ਜਾਇਜ਼ ਨਹੀਂ ਹੈ ਜੀ, ਪਰ ਮੈਂ ਤਾਂ ਹੀ ਕਹਿ ਰਿਹਾ ਜਿਹੜਾ ਇਸ਼ੂ ਜਿਸ ਕਰਕੇ ਅਰਾਈਜ਼ ਹੋਇਆ ਉਹ ਮੈਂ ਚਾਹੇ ਡਿਸਕਸ ਕਰਨ ਚੱਲੇ ਆ ਰਜਿਸਟਰਾਰ ਸਾਹਿਬ ਨਾਲ। ਉਮੀਦ ਹੈ ਜਲਦੀ ਹੱਲ ਹੋ ਜਾਊਗਾ, ਹੁਣੇ ਹੋ ਜਾਏਗਾ ਜੀ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਦਰੁਸਤ ਕਰਨ ਦੇ ਲਈ ਹਸਪਤਾਲ ਦੀ ਐਮਰਜੈਂਸੀ ਵਾਰਡ ਨੂੰ ਜਾਂਦੇ ਰਸਤੇ ਵਾਲੇ ਪਾਸੇ ਕਿਸੇ ਵੀ ਤਰ੍ਹਾਂ ਦੇ ਵਹੀਕਲਾਂ ਦੀ ਪਾਰਕਿੰਗ ਤੇ ਰੋਕ ਲਗਾ ਕੇ ਇੱਕ ਬੋਰਡ ਲਗਾ ਦਿੱਤਾ ਗਿਆ ਸੀ ਕਿ ਜੋ ਵੀ ਇਸ ਏਰੀਏ ਦੇ ਵਿੱਚ ਆਪਣਾ ਵਹੀਕਲ ਪਾਰਕ ਕਰੇਗਾ ਉਸਦੇ ਵਹੀਕਲ ਦੀ ਹਵਾ ਕੱਢ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਹਸਪਤਾਲ ਦੇ ਕਈ ਡਾਕਟਰਾਂ ਦੇ ਵਹੀਕਲਾਂ ਦੀ ਹਵਾ ਕੱਢ ਦਿੱਤੀ ਗਈ, ਜਿਨ੍ਹਾਂ ਵਿੱਚ ਐਮਰਜੈਂਸੀ ਸੇਵਾਵਾਂ ਦੇਣ ਵਾਲੀਆਂ ਔਰਤ ਡਾਕਟਰਾਂ ਵੀ ਸ਼ਾਮਲ ਨੇ। ਪੰਜਾਬ ਬੀਜੇਪੀ ਦੇ ਉਪ ਪ੍ਰਧਾਨ ਸੁਭਾਸ਼ ਸ਼ਰਮਾ ਅੱਜ ਰੂਪਨਗਰ ਪਹੁੰਚੇ, ਜਿੱਥੇ ਉਹਨਾਂ ਵੱਲੋਂ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਗਏ। ਉਹਨਾਂ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰੇ ਵਿੱਚ ਲਿਆ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਜਲਦੀ ਪਤਨ ਹੋ ਜਾਵੇਗਾ। ਉੱਥੇ ਉਹਨਾਂ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਕਾਰ ਚੱਲ ਰਹੀ ਤਲਖੀ ਤੇ ਪ੍ਰਤੀਕਰਮ ਵੀ ਸਾਂਝਾ ਕੀਤਾ ਹੈ। ਬੀਜੇਪੀ ਪੰਜਾਬ ਦੇ ਉਪ ਪ੍ਰਧਾਨ ਸੁਭਾਸ਼ ਸ਼ਰਮਾ ਰੂਪਨਗਰ ਵਿਖੇ ਪਹੁੰਚੇ, ਜਿੱਥੇ ਉਹਨਾਂ ਵੱਲੋਂ ਲਹਿਰੀ ਸ਼ਾਹ ਮੰਦਿਰ ਦੇ ਵਿੱਚ ਰਾਮ ਕਥਾ ਦੇ ਵਿੱਚ ਹਾਜ਼ਰੀ ਲਗਵਾਈ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਪੰਜਾਬ ਦੀ ਮਾਨ ਸਰਕਾਰ ਤੇ ਵੀ ਕਈ ਨਿਸ਼ਾਨੇ ਸਾਧੇ ਨੇ। ਦੇਖੋ, ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਨੇ, ਔਰ ਉਹਦੀ ਅੱਤੀ ਤੇ ਉਦੋਂ ਹੋ ਗਈ ਜਦੋਂ ਅਜਨਾਲੇ 'ਚ ਪੁਲਿਸ ਸਟੇਸ਼ਨ ਤੇ ਹੀ ਹਮਲਾ ਹੋ ਗਿਆ। ਪੰਜਾਬ ਦੇ ਲੋਕ ਬੜੇ ਪਰੇਸ਼ਾਨ ਨੇ ਕਿ ਜਿਹੜੀ ਸਰਕਾਰ ਆਪਣੀ ਪੁਲਿਸ ਦੀ, ਆਪਣੇ ਅਫਸਰਾਂ ਦੀ ਸੁਰੱਖਿਆ ਨਹੀਂ ਕਰ ਸਕਦੀ, ਉਹਨਾਂ ਨੂੰ ਇਨਸਾਫ ਨਹੀਂ ਦੇ ਸਕਦੀ, ਪੰਜਾਬੀ ਉਹ ਤੋਂ ਕੀ ਤਵੱਕੋ ਰੱਖਣ। ਸੋ ਬੜੀ ਮੰਦਭਾਗੀ ਗੱਲ ਹੈ। ਪੁਲਿਸ ਡਿਮੋਰਲਾਈਜ਼ ਹੈ, ਪੰਜਾਬ ਦੀ ਜਨਤਾ ਬਹੁਤ ਇਸ ਵੇਲੇ ਡਰੀ ਹੋਈ ਹੈ, ਸਹਿਮੀ ਹੋਈ ਹੈ ਕਿ ਕਿਸ ਪ੍ਰਕਾਰ ਦੇ ਹਾਲਾਤ ਪੰਜਾਬ 'ਚ ਬਣ ਰਹੇ ਨੇ। ਰੋਜ਼ ਐਕਸਟੋਰਸ਼ਨਸ ਲਈ ਫੋਨ ਆ ਰਹੇ ਨੇ, ਦਿਨ ਦਿਹਾੜੇ ਕਤਲ ਹੋ ਰਹੇ ਨੇ, ਔਰ ਸਾਡੇ ਮੁੱਖ ਮੰਤਰੀ ਸਾਹਿਬ ਜੋ ਬਦਕਿਸਮਤੀ ਨਾਲ ਗ੍ਰਹਿ ਮੰਤਰੀ ਦਾ ਚਾਰਜ ਵੀ ਰੱਖੀ ਬੈਠੇ ਨੇ, ਹੁਕਮ ਕਰਨੀ ਨੀਂਦ ਸੁੱਤੇ ਹੋਏ ਨੇ। ਉਥੇ ਪੰਜਾਬ ਵਿਧਾਨ ਸਭਾ ਦੇ ਵਿੱਚ ਰਾਜਪਾਲ ਦੀ ਮੁੱਖ ਮੰਤਰੀ ਨਾਲ ਹੋਈ ਤਲਖੀ ਤੇ ਵੀ ਬੀਜੇਪੀ ਪੰਜਾਬ ਦੇ ਉਪ ਪ੍ਰਧਾਨ ਸੁਭਾਸ਼ ਸ਼ਰਮਾ ਨੇ ਆਪਣਾ ਪ੍ਰਤੀਕਰਮ ਸਾਂਝਾ ਕੀਤਾ। ਦੇਖੋ, ਕਿੰਨੀ ਮੰਦਭਾਗੀ ਗੱਲ ਹੈ ਕਿ ਕੈਬਨਿਟ ਜਿਹੜੀ ਹੈ ਸਰਕਾਰ, ਉਹ ਰਾਜਪਾਲ ਸਾਹਿਬ ਨੂੰ ਇੱਕ ਐਡਰੈਸ ਲਿਖ ਕੇ ਦੇ ਰਹੀ ਹੈ, ਔਰ ਉਹ ਭਾਸ਼ਣ ਕਿੱਥੋਂ ਸ਼ੁਰੂ ਹੁੰਦਾ ਹੈ ਕਿ ਰਾਜਪਾਲ ਸਾਹਿਬ ਹਰ ਗੱਲ 'ਚ ਕਹਿ ਰਹੇ ਨੇ ਮੇਰੀ ਸਰਕਾਰ। ਇੱਕ ਬੰਨੇ ਤੁਸੀਂ ਰਾਜਪਾਲ ਨੂੰ ਕਹਿ ਰਹੇ ਹੋ ਕਿ ਮੇਰੀ ਸਰਕਾਰ ਹੈ, ਦੂਜੇ ਬੰਨੇ ਤੁਸੀਂ ਰਾਜਪਾਲ ਨੂੰ ਕਹਿੰਦੇ ਹੋ ਭਾਈ ਤੂੰ ਹੈ ਕੌਣ। ਉਥੇ ਬੀਤੇ ਕੱਲ ਵਿਧਾਨ ਸਭਾ ਦੇ ਵਿੱਚ ਕੁਝ ਚੈਨਲਾਂ ਦੀ ਐਂਟਰੀ ਨਾ ਹੋਣ ਤੇ ਸੁਭਾਸ਼ ਸ਼ਰਮਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਸਰਕਾਰ ਇਸ ਕਰਕੇ ਕੁਝ ਚੈਨਲਾਂ ਨੂੰ ਰੋਕ ਰਹੀ ਹੈ ਕਿਉਂਕਿ ਉਹ ਸਰਕਾਰ ਖਿਲਾਫ ਖਬਰਾਂ ਲਗਾਉਂਦੇ ਨੇ। ਸਰਕਾਰ ਦਾ ਤਾਨਾਸ਼ਾਹੀ ਰਵੱਈਆ ਹੈ। ਇਹ ਜਿੱਦਾਂ ਐਮਰਜੈਂਸੀ ਦੀ ਹਾਲਤ ਸੀ ਦੇਸ਼ 'ਚ, ਕਾਂਗਰਸ ਨੇ ਐਮਰਜੈਂਸੀ ਲਾਈ ਸੀ, ਭਗਵੰਤ ਮਾਨ ਨੇ ਵੀ ਇੱਕ ਘੋਸ਼ਿਤ ਐਮਰਜੈਂਸੀ ਲਾਈ ਹੋਈ ਹੈ। ਕਰਾ ਕਰ ਰਹੇ ਨੇ ਸਿਰਫ ਇਸ ਕਰਕੇ ਕਿ ਉਹਨਾਂ ਦੇ ਵਿਰੋਧ 'ਚ ਖਬਰ ਲਗਾਉਂਦੇ ਨੇ। ਮੈਂ ਸਮਝਦਾ ਸਰਕਾਰ ਨੇ ਆਪਣੇ ਜਿਹਨੂੰ ਕਹਿ ਲਓ ਕਿ ਪਤਨ ਦੀ ਸ਼ੁਰੂਆਤ ਕੀਤੀ ਹੈ। ਮੀਡੀਆ ਨੂੰ ਇਸ ਪ੍ਰਕਾਰ ਨਾਲ ਡਰਾਉਣਾ, ਧਮਕਾਉਣਾ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦੱਸਣਯੋਗ ਹੈ ਕਿ ਬੀਤੇ ਕੱਲ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਪਹਿਲਾ ਦਿਨ ਸੀ ਅਤੇ ਇਸ ਪਹਿਲੇ ਦਿਨ ਹੀ ਸਦਨ ਦੇ ਵਿੱਚ ਵੱਡਾ ਹੰਗਾਮਾ ਹੁੰਦਾ ਵਿਖਾਈ ਦਿੱਤਾ। ਰਾਜਪਾਲ ਦੇ ਭਾਸ਼ਣ ਦੌਰਾਨ ਹੀ ਕਾਂਗਰਸ ਦੇ ਵੱਲੋਂ ਵਾਕਆਊਟ ਕਰ ਦਿੱਤਾ ਗਿਆ ਕਿਉਂਕਿ ਰਾਜਪਾਲ ਦੇ ਵੱਲੋਂ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕੀਤੀ ਗਈ ਸੀ, ਜਦਕਿ ਵਿਰੋਧੀਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤਾਂ ਤੁਹਾਨੂੰ ਆਪਣਾ ਰਾਜਪਾਲ ਮੰਨਦੀ ਹੀ ਨਹੀਂ ਹੈ। ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਕਿਉਂਕਿ ਇੱਥੋਂ ਨਸ਼ਾ ਤੇ ਮੋਬਾਈਲ ਫੋਨ ਮਿਲਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਜੇਲ੍ਹ ਵਿੱਚੋਂ 19 ਮੋਬਾਈਲ ਫੋਨ ਬਰਾਮਦ ਹੋਏ ਨੇ, ਜਿਸ ਤੋਂ ਬਾਅਦ ਪ੍ਰਸ਼ਾਸਨ ਸਵਾਲਾਂ ਦੇ ਘੇਰੇ 'ਚ ਹੈ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੋਂ ਜਰਦੇ ਦੀਆਂ ਪੂੜੀਆਂ ਤੇ ਮੋਬਾਈਲ ਫੋਨਾਂ ਦੇ ਚਾਰਜਰ ਵੀ ਬਰਾਮਦ ਹੋਏ ਨੇ।
ਪੰਜਾਬ ਦੀਆਂ ਜੇਲ੍ਹਾਂ ਲਗਾਤਾਰ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ। ਲਗਾਤਾਰ ਜੇਲ੍ਹਾਂ ਦੇ ਵਿੱਚੋਂ ਨਸ਼ਾ ਅਤੇ ਮੋਬਾਈਲ ਫੋਨ ਮਿਲਣ ਦੇ ਮਾਮਲੇ ਸਾਹਮਣੇ ਆ ਰਹੀ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ, ਜਿਸ ਦੇ ਚੱਲਦੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਵੱਡੀ ਮਾਤਰਾ ਦੇ ਵਿੱਚ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਇਸ ਤੋਂ ਇਲਾਵਾ ਜਰਦੇ ਦੀਆਂ ਪੁੜੀਆਂ, ਡਾਟਾ ਕੇਬਲ ਆਦਿ ਸਮਾਨ ਵੀ ਬਰਾਮਦ ਕੀਤਾ ਗਿਆ। ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਸਾਨੂੰ ਇੱਕ ਪੱਤਰ ਮਸੂਲ ਹੋਇਆ ਸੀ, ਜਿਸ ਵਿੱਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਥਰੋ ਹੋਈ ਸੀਗੀ ਔਰ ਉਸ ਜਿਹੜੇ ਬੰਦ ਲਿਫਾਫੇ 9 ਬੰਦ ਲਿਫਾਫੇ ਆ ਉਹਨਾਂ ਨੂੰ ਖੋਲ ਕੇ ਚੈੱਕ ਕੀਤਾ ਗਿਆ, ਜਿਸ ਵਿੱਚੋਂ ਰਿਕਵਰੀ ਹੋਈ ਆ 19 ਮੋਬਾਈਲ ਫੋਨ, 33 ਡਿੱਬੀਆਂ ਸਿਗਰਟ ਸੀਗੀਆਂ ਔਰ 34 ਪੁੜੀਆਂ ਜਰਦਾ, 4 ਡਾਟਾ ਕੇਬਲ, 4 ਹੈੱਡਫੋਨਸ, 1 ਮੋਬਾਈਲ ਚਾਰਜਰ ਬਰਾਮਦ ਹੋਇਆ ਸੀ। ਇਹ ਮੈਮ ਕਿੰਨੇ ਤੇ ਪਰਚਾ ਦਰਜ ਕੀਤਾ ਗਿਆ? ਹਵਾਲਾਤੀ ਜੋ ਪਹਿਲਾਂ ਹੀ ਇੱਕ ਕੇਸ ਵਿੱਚ ਬੰਦ ਹੈ, ਜਿਸ ਦਾ ਨਾਮ ਵਕੀਲ ਸਿੰਘ ਹੈ, ਤੇ ਕੁਝ ਅਨਨੋਨ ਵਿਅਕਤੀ ਜਿਹੜੇ ਇਹ ਮੈਮ ਬਾਹਰੋਂ ਥਰੋ ਹੋਈ ਸੀਗੀ? ਹਾਂਜੀ, ਬਾਹਰੋਂ। ਤਾਂ ਹੁਣ ਅੱਗੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ? ਹਾਂਜੀ, ਅੱਗੇ ਇਨਵੈਸਟੀਗੇਸ਼ਨ ਜਾਰੀ ਹੈ। ਤਾਂ ਇਹ ਮੈਮ ਕਈ ਵਾਰ ਜਿਹੜੀ ਹੈ ਸਾਹਮਣੇ ਆ ਚੁੱਕੀ ਹੈ, ਇਹ ਚੀਜ਼ਾਂ ਜਿਹੜੀਆਂ ਬਰਾਮਦਗੀਆਂ ਹੁੰਦੀਆਂ ਜੇਲ੍ਹ ਦੇ ਵਿੱਚੋਂ ਬਾਹਰੋਂ ਥਰੋ ਹੁੰਦੀਆਂ ਨੇ, ਤਾਂ ਬਾਹਰ ਪਿੱਛੇ ਵੀ ਫਿਰ ਜਾਂਚ ਜਿਹੜੀ ਉਹ ਕੀਤੀ ਜਾਂਦੀ ਹੈਗੀ ਇਹਨਾਂ ਤੇ? ਹਾਂਜੀ, ਬਾਹਰ ਵੀ ਜਿਹੜੀ ਇਨਵੈਸਟੀਗੇਸ਼ਨ ਔਰ ਜਾਂਚ ਪੜਤਾਲ ਕੀਤੀ ਜਾਂਦੀ ਹੈ। ਦੱਸ ਦਈਏ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਹਵਾਲਾਤੀ ਸਮੇਤ ਅਣਪਛਾਤਿਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਤੇ ਕਈ ਸਾਰੇ ਸਵਾਲ ਖੜੇ ਹੋ ਰਹੇ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਹਾਲ ਹੀ ਵਿੱਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦਾ ਇੱਕ ਹੋਰ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਦੇ ਵਿੱਚ 2 ਕੈਦੀ ਮਹਿਲਾ ਆਪਸ ਦੇ ਵਿੱਚ ਭਿੜ ਜਾਂਦੀਆਂ ਨੇ ਅਤੇ ਇੱਕ ਦੂਜੇ ਤੇ ਨਸ਼ਾ ਵਿਕਵਾਉਣ ਦੇ ਇਲਜ਼ਾਮ ਵੀ ਲਗਾਏ ਜਾਂਦੇ ਨੇ। ਲੁਧਿਆਣਾ ਪੁਲਿਸ ਵੱਲੋਂ ਜਿਸਮ ਫਰੋਸ਼ੀ ਦੇ ਨਜਾਇਜ਼ ਧੰਦੇ ਖਿਲਾਫ ਮੁਹਿੰਮ ਜਾਰੀ ਹੈ ਤੇ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਫਿਰੋਜ਼ਪੁਰ ਰੋਡ ਤੇ ਸਥਿਤ ਓਮੈਕਸ ਮਾਲ ਦੇ ਬਲੂ ਲੋਟਸ ਵਿੱਚ ਛਾਪੇਮਾਰੀ ਕੀਤੀ ਗਈ, ਜਿੱਥੋਂ 10 ਲੜਕੀਆਂ ਤੇ ਲੜਕੇ ਬਰਾਮਦ ਕੀਤੇ ਗਏ ਤੇ ਇਹਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਲੁਧਿਆਣਾ ਪੁਲਿਸ ਨੇ ਜਿਸਮ ਫਰੋਸ਼ੀ ਦੇ ਧੰਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਕੀਤੀ, ਜਦੋਂ ਸਪਾ ਸੈਂਟਰ ਦੀ ਬਲੂ ਲੋਟਸ ਦੇ ਵਿੱਚ ਅਚਨਚੇਤ ਛਾਪੇਮਾਰੀ ਦੌਰਾਨ 10 ਲੜਕੇ ਅਤੇ ਲੜਕੀਆਂ ਨੂੰ ਕਾਬੂ ਕੀਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਲੜਕੇ ਲੜਕੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਅੱਜ ਅਸੀਂ ਬਲੂ ਲੋਟਸ ਸਪਾ ਤੇ ਕੀਤੀ ਹੈ, ਜਿਹੜਾ ਓਮੈਕਸ ਪਲਾਜ਼ਾ ਵਿੱਚ ਪ੍ਰੈਜ਼ੈਂਟ ਹੈ ਫਿਰੋਜ਼ਪੁਰ ਰੋਡ ਤੇ। ਕੋਈ ਸ਼ਿਕਾਇਤ ਦਿੱਤੀ ਸੀ ਕਿਸੇ ਨੇ? ਜੀ ਇਨਫੋਰਮੇਸ਼ਨ ਵੀ ਸੀ ਮੈਨੂੰ, ਤੇ ਸਾਡੀ ਆਹ ਰੈਗੂਲਰ ਅਸੀਂ ਚੈੱਕਸ ਕਰ ਰਹੇ ਹਾਂ ਐਜ਼ ਪਾਰਟ ਆਫ ਦੈਟ ਪ੍ਰੋਸੀਜਰ। ਅੱਜ ਅਸੀਂ ਇੱਥੇ ਚੈੱਕ ਕੀਤਾ ਸੀ। ਅੰਦਰ ਮੈਂ ਕੋਈ ਲੜਕੀਆਂ ਵੀ ਹੈਗੀਆਂ ਅੰਦਰ? ਹਾਂਜੀ ਜੀ, ਇਹ ਮਸਾਜ ਪਾਰਲਰ ਹੈ, ਲੜਕੀਆਂ ਵੀ ਹੈ ਤੇ ਕਈ ਸਾਨੂੰ ਲੋਕ ਮਿਲੇ ਜਿਹੜੇ ਅਸੀਂ ਰਾਉਂਡ ਅਪ ਕੀਤੇ ਹੈ। ਕੋਈ ਮਤਲਬ ਜਿਹੜੇ ਸਪਾ ਸੈਂਟਰ ਹੁੰਦੇ ਨੇ ਵਿਦੇਸ਼ੀ ਕੁੜੀਆਂ ਦੇ ਅੱਗੇ ਤੋਂ ਸਪਾ ਸੈਂਟਰ ਕੰਮ ਕਰਾਏ ਜਾਂਦੇ ਨੇ, ਇੱਕ ਵਾਰ ਤਾਂ ਵੀ ਅੰਦਰ ਖਾਂਦੇ ਨੇ, ਇਹੋ ਜਿਹੀ ਕੋਈ ਗੱਲ ਵੀ ਆਈ ਹੈ ਸਾਹਮਣੇ? ਇਹ ਜੀ ਸਾਨੂੰ ਇਹਨਾਂ ਦੀ ਆਈਡੈਂਟੀਟੀਜ਼ ਤੇ ਇੱਥੇ ਦੀ ਆਹ ਐਵੀਡੈਂਸ ਵਗੈਰਾ ਵੈਰੀਫਾਈ ਕਰਕੇ ਅਸੀਂ ਕਲੀਅਰ ਕਰ ਸਕਦੇ ਹਾਂ। ਕਿੰਨੇ ਟੋਟਲ ਕਿੰਨੇ ਲੋਕ ਰਾਉਂਡ ਅਪ ਕੀਤੇ ਨੇ? ਟੋਟਲ ਅਸੀਂ 10 ਲੋਕ ਰਾਉਂਡ ਅਪ ਕੀਤੇ ਹਨ। ਜਿਹੜਾ ਸਪਾ ਸੈਂਟਰ ਦਾ ਮਾਲਕ ਹੈ ਉਸ ਨੂੰ ਹਿਰਾਸਤ ਤੇ ਲਿੱਤਾ? ਮਾਲਕ ਇੱਥੇ ਨਹੀਂ ਸੀ ਜੀ। ਇੱਥੇ ਦੱਸ ਦਈਏ ਕਿ ਜਿਸਮ ਫਰੋਸ਼ੀ ਦੇ ਨਾਜਾਇਜ਼ ਧੰਦੇ ਦੇ ਖਿਲਾਫ ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲਗਾਤਾਰ ਛਾਪੇਮਾਰੀਆਂ ਦਾ ਸਿਲਸਿਲਾ ਵੀ ਜਾਰੀ ਹੈ, ਜਿਸ ਤਹਿਤ ਅੱਜ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਜਾਂਦੇ ਸਵਾਲਾਂ ਤੇ ਸੀਐਮ ਮਾਨ ਨੇ ਦਿੱਤੇ ਜਵਾਬ। ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਮਿਲੀ ਸਰਕਾਰੀ ਨੌਕਰੀ। ਬੇਅਦਬੀ ਇਨਸਾਫ ਮੋਰਚੇ ਦੇ ਸ਼ੁਕਰਾਨਾ ਸਮਾਗਮ ਵਿੱਚ ਹੋਇਆ ਵੱਡਾ ਇਕੱਠ, ਪਹੁੰਚੇ ਵੱਡੇ ਸਿਆਸੀ ਲੀਡਰ। ਮਨੀਸ਼ ਸਿਸੋਦੀਆ ਦੀ ਅਦਾਲਤ 'ਚ ਹੋਈ ਪੇਸ਼ੀ, ਸੀਬੀਆਈ ਨੂੰ ਮਿਲਿਆ 2 ਦਿਨਾਂ ਦਾ ਰਿਮਾਂਡ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।